ਪਿਛਲੇ ਭਾਗ ਵਿੱਚ ਅਸੀਂ ਗੱਲ ਛੱਡੀ ਸੀ ਅਸਫ ਖਾਨ ਦੇ ਅਨੰਦਪੁਰੋਂ ਹਾਰਨ ਤੇ ਜ਼ਖਮੀ ਹੋ ਕੇ ਵਾਪਸ ਮੁੜਨ ਉੱਪਰ। ਹੁਣ ਔਰੰਗਜ਼ੇਬ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਹੁਕਮ ਭੇਜਿਆ ਕਿ ਉਹ ਆਪ ਫੌਜਕਸ਼ੀ ਕਰੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰੇ। ਜੇ ਜਿੰਦਾ ਗ੍ਰਿਫਤਾਰ ਨਾ ਹੋ ਸਕੇ ਤਾਂ ਸਿਰ ਵੱਢ ਲਿਆਂਦਾ ਜਾਵੇ। ਕਾਰਨ ਸਾਫ਼ ਸੀ, ਉਸ ਨੂੰ ਖਬਰਾਂ ਹੋ ਚੁੱਕੀਆਂ ਸਨ ਕਿ ਗੁਰੂ ਗੋਬਿੰਦ ਸਿੰਘ, ਜੋ ਹੁਣ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਸੀ, ਫੌਜਾਂ ਭਰਤੀ ਕਰ ਰਿਹਾ ਹੈ, ਪਾਤਸ਼ਾਹ ਕਹਿਲਾਉਂਦਾ ਹੈ। ਬਾਦਸ਼ਾਹ ਵਾਂਗ ਹੀ ਝਰੋਖੇ ਵਿੱਚ ਬੈਠ ਆਪਣੇ ਸਿੱਖਾਂ ਨੂੰ ਦਰਸ਼ਨ ਦਿੰਦਾ ਹੈ, ਬਖਸ਼ਿਸ਼ਾਂ ਵੰਡਦਾ ਹੈ, ਝੰਡੇ ਚਲਾਉਂਦਾ ਹੈ ਅਤੇ ਨਗਾਰੇ ਵਜਾਉਂਦਾ ਹੈ। ਉਸ ਦੀਆਂ ਨਜ਼ਰਾਂ ਵਿੱਚ ਇਹ ਬਗਾਵਤ ਸੀ। ਬਾਕੀ ਦਰਬਾਰ ਵਿੱਚ ਮਜ਼੍ਹਬੀ ਨਫ਼ਰਤ ਜਿਹਾਦ ਲਈ ਪ੍ਰੇਰ ਰਹੀ ਸੀ। ਲਾਹੌਰ ਦਾ ਨਵਾਬ ਜ਼ਬਰਦਸਤ ਖਾਨ ਵੀ ਫੌਜ ਲੈ ਸਰਹੰਦ ਦੇ ਨਵਾਬ ਵਜ਼ੀਰ ਖਾਨ ਨਾਲ ਹੋ ਗਿਆ। ਰੰਗੜ ਅਤੇ ਗੁੱਜਰ ਵੀ ਗੁਰੂ ਵਿਰੁੱਧ ਮਹਾਜ ਵਿੱਚ ਸ਼ਾਮਲ ਹੋ ਗਏ। ਬਿਲਾਸਪੁਰ, ਕਾਂਗੜਾ, ਜਸਪਾਲ, ਕੁੱਲੂ, ਕੈਥਲ, ਮੰਡੀ, ਜੰਮੂ, ਨੂਰਪੁਰ, ਚੰਬਾ, ਗਲੇਰ ਅਤੇ ਸ਼੍ਰੀਨਗਰ ਦੇ ਰਾਜੇ ਵੀ ਦਿੱਲੀ ਦਰਬਾਰ ਦੀਆਂ ਫੌਜਾਂ ਲਈ ਮਦਦ ਕਰਨ ਨੂੰ ਤਿਆਰ ਹੋ ਗਏ। ਫੌਜਾਂ ਨੇ ਆਨੰਦਪੁਰ ਨੂੰ ਪੱਕੀ ਤਰ੍ਹਾਂ ਘੇਰ ਲਿਆ। ਇਹ ਗੱਲ 1704 ਈਸਵੀ ਦੇ ਲਗਭਗ ਦੀ ਹੈ। ਔਰੰਗਜ਼ੇਬ ਆਪ ਤਾਂ ਦੱਖਣ ਵਿੱਚ ਮਰਾਠਿਆਂ ਨਾਲ ਬੁਰੀ ਤਰ੍ਹਾਂ ਉਲਝਿਆ ਪਿਆ ਸੀ। ਆਨੰਦਪੁਰ ਨੂੰ ਘੇਰਾ ਪਿਆ ਤਾਂ ਰਾਸ਼ਨ ਪਾਣੀ ਬੰਦ ਹੋ ਗਿਆ ਪੂਰੀ ਤਰ੍ਹਾਂ। ਲੰਮੇ ਘੇਰੇ ਅਤੇ ਖਾਣ ਪੀਣ ਦੇ ਲਗਭਗ ਖਤਮ ਹੋਵਨ ਦੇ ਕੰਢੇ ਹੋਣ ਕਾਰਨ ਬਹੁਤ ਸਿੱਖ ਸਾਥ ਛੱਡ ਮੁੜ ਵੀ ਗਏ। ਕੁਝ ਅੰਤ ਤੱਕ ਡਟੇ ਰਹੇ। ਸਰਦੀਆਂ ਆਉਂਦਿਆਂ ਦਸੰਬਰ ਮਹੀਨੇ ਦੇ ਲਗਭਗ ਉਹਨਾਂ ਗੁਰੂ ਜੀ ਨਾਲ ਸਮਝੌਤਾ ਕੀਤਾ ਕਿ ਉਹ ਪਹਿਲਾਂ ਵਾਂਗ ਆਨੰਦਪੁਰ ਛੱਡ ਹੋਰ ਕਿਤੇ ਚਲੇ ਜਾਵਨ, ਉਹ ਜੰਗ ਨਹੀਂ ਕਰਨਗੇ। ਪਰ ਸਮਝੌਤਾ ਕਰਨ ਕੌਣ ਆਇਆ ਸੀ? ਸਮਝੌਤਾ ਤੋੜਦੇ ਉਹ ਗੁਰੂ ਦੇ ਕਿਲੇ ਤੋਂ ਬਾਹਰ ਨਿਕਲਦੇ ਹੀ ਹਮਲਾਵਰ ਹੋ ਗਏ। ਪਰ ਇਸ ਘਟਨਾ ਦਾ ਇੱਕ ਹੋਰ ਪੱਖ ਵੀ ਹੈ ਜੋ ਜ਼ਿਆਦਾ ਸੱਚ ਦੇ ਕਰੀਬ ਲੱਗਦਾ ਹੈ। ਲੰਮੇ ਸਮੇਂ ਦੇ ਘੇਰੇ ਕਾਰਨ ਅੰਦਰ ਰਸਤ ਖਤਮ ਹੋ ਰਹੀ ਸੀ। ਰਸਤ ਖਤਮ ਤਾਂ ਫਿਰ ਭੁੱਖੇ ਕੀ ਲੜਨਾ ਤੇ ਕੀ ਮਰਨਾ। ਹੋ ਸਕਦਾ ਗੁਰੂ ਜੀ ਨੇ ਆਪ ਘੇੜਾ ਤੋੜ ਹਮਲਾ ਕਰਨ ਦੀ ਵਿਉਂਤ ਬਣਾਈ ਹੋਵੇ। ਗੁਰੂ ਗੋਬਿੰਦ ਸਿੰਘ ਜੀ ਜਿਹਾ ਰੋਸ਼ਨ ਦਿਮਾਗ ਅਤੇ ਹਾਲਾਤਾਂ ਦੀ ਡੂੰਘੀ ਸਮਝ ਰੱਖਣ ਵਾਲਾ ਉਹਨਾਂ ਦੇ ਝਾਂਸੇ ਵਿੱਚ ਆ ਗਿਆ ਹੋਣਾ। ਇਹ ਗੱਲ ਕਿਸੇ ਵੀ ਕਸਵੱਟੀ ਤੇ ਖਰੀ ਨਹੀਂ ਉਤਰਦੀ, ਸਿਵਾਏ ਢਾਡੀਆਂ ਸਾਖੀਕਾਰਾਂ ਦੇ। ਬਸ ਕਿਲੇ ਤੋਂ ਬਾਹਰ ਨਿਕਲਦਿਆਂ ਹੀ ਭਿਆਨਕ ਅਤੇ ਫੈਸਲਾਕੁੰਨ ਯੁੱਧ ਸ਼ੁਰੂ ਹੋ ਗਿਆ। ਗੁਰੂ ਜੀ ਅਤੇ ਪਰਿਵਾਰ ਘੇਰਾ ਚੀਰਨ ਵਿੱਚ ਸਫਲ ਹੋ ਗਏ ਅਤੇ ਸਿਰਸਾ ਪਾਰ ਕਰ ਗਏ। ਦੋਵੇਂ ਪਾਸਿਓਂ ਬੜੇ ਸਿਰ ਲੱਗੇ ਹੋਣੇ। ਗੁਰੂ ਮੁਗਲਾਂ ਦੇ ਹੱਥ ਨਾ ਲੱਗੇ, ਬਹੁਤ ਸਿੰਘ ਮਾਰੇ ਗਏ ਹੋਣੇ ਤੇ ਕੁਝ ਸਿਰਸਾ ਪਾਰ ਕਰਦੇ ਵੀ ਰੁੜ ਗਏ ਹੋਣੇ। ਉਹਨਾਂ ਦਿਨਾਂ ਵਿੱਚ ਦਰਿਆ ਨਾਲੇ ਸ਼ੂਕਦੇ ਵਗਦੇ ਸਨ। ਰਾਵੀ ਦਾ ਅੱਤ ਦਾ ਫੈਲਾਅ, ਜਿਹਨੂੰ ਰਾਤ ਨੂੰ ਮਲਾਹ ਵੀ ਪਾਰ ਕਰਨ ਤੋਂ ਡਰਦੇ ਸਨ। ਅੱਜ ਤੋਂ 25-30 ਸਾਲ ਪਹਿਲਾਂ ਅੱਖੀ ਵੇਖਿਆ ਹੈ। ਉਸ ਸਮੇਂ ਸਿਰਸਾ ਦੀ ਭਿਆਨਕਤਾ ਦੀ ਕਲਪਨਾ ਹੋ ਸਕਦੀ ਹੈ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਸਣੇ 40 ਕੁ ਸਿੰਘਾਂ ਨਾਲ ਚਮਕੌਰ ਵੱਲ ਨਿਕਲ ਗਏ। ਚਮਕੌਰ ਵਿੱਚ ਪਿੱਛੇ ਆ ਮੁਗਲ ਫੌਜਾਂ ਦਾ ਘੇਰਾ ਪਿਆ ਤਾਂ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਪਰ ਦਸ਼ਮੇਸ਼ ਪਿਤਾ ਇੱਥੇ ਵੀ ਮੁਗਲਾਂ ਦੇ ਹੱਥ ਨਾ ਆਏ। ਉਹ ਮਾਛੀਵਾੜੇ ਵੱਲ ਤੇ ਫੇਰ ਮੁਕਤਸਰ ਵੱਲ ਨਿਕਲ ਗਏ। ਪਰ ਸਿਰਸਾ ਪਾਰ ਕਰਨ ਉਪਰੰਤ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੀ ਮਾਤਾ ਗੁਜਰੀ ਸਣੇ ਫੜੇ ਗਏ। ਸਰਹੰਦ ਲਿਜਾ ਪਹਿਲਾਂ ਈਨ ਮਨਾਉਣ ਮਤਲਬ ਇਸਲਾਮ ਅਪਣਾਉਣ ਲਈ ਕਿਹਾ ਗਿਆ। ਬਹਾਦਰੀ ਨਾਲ ਨਾ ਕਰਨ ਤੇ ਜਿਉਂਦਾ ਨੀਹਾਂ ਵਿੱਚ ਚਿਣਵਾ ਕਤਲ ਕਰ ਦਿੱਤਾ ਗਿਆ। ਉਹਨਾਂ ਜਾਨ ਦੇ ਦਿੱਤੀ, ਪਰ ਦਾਦੇ ਗੁਰੂ ਤੇਗ ਬਹਾਦਰ ਜੀ ਵਾਂਗ
ਧਰਮ ਨਹੀਂ ਦਿੱਤਾ। ਮਾਂ ਗੁਜਰੀ ਵੀ ਸਰਹੰਦ ਵਿੱਚ ਹੀ ਸਰੀਰ ਛੱਡ ਗਏ ਸਨ। ਮੁਗਲ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਸਨ। ਮੁਕਤਸਰ ਦੇ ਲਾਗੇ ਮੁਗਲਾਂ ਦੀ ਫੌਜ ਨਾਲ ਭਿੜੰਤ ਹੋ ਗਈ। ਗੁਰੂ ਜੀ ਨਾਲ ਰਸਤੇ ਵਿੱਚ ਕੁਝ ਪੁਰਾਣੇ ਸਿੰਘ ਨਾਲ ਹੋ ਗਏ ਸਨ। ਇਹ ਇਲਾਕਾ ਉਸ ਵੇਲੇ ਮਾਰੂਥਲੀ ਜਿਹਾ ਸੀ। ਪਾਣੀ ਦੀ ਘਾਟ ਅਤੇ ਪਾਣੀ ਮੁਸ਼ਕਿਲ ਨਾਲ ਤੇ ਦੂਰ ਦੂਰ ਮਿਲਦਾ ਸੀ। ਮੁਗਲਾਂ ਦੀ ਟੁਕੜੀ ਨਾਲ ਭਿੜੰਤ ਹੋਈ ਤਾਂ ਮੁਗਲ ਫੌਜਾਂ ਦਾ ਸਿੱਖਾਂ ਨਾਲੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਘੋੜਿਆਂ ਅਤੇ ਆਪਣੇ ਲਈ ਉਸ ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਮੁਗਲਾਂ ਦੀ ਫੌਜ ਦੀ ਟੁਕੜੀ ਸਮਝਦੀ ਸੀ। ਹੋਰ ਨੁਕਸਾਨ ਕਰਾਉਣ ਦੀ ਥਾਂ ਉਹ ਹਾਰ ਮੰਨ ਵਾਪਸ ਮੁੜ ਗਈ। ਉਂਝ ਵੀ ਇਹ ਸੰਤੁਸ਼ਟੀ ਸੀ ਕਿ ਉਹਨਾਂ ਗੁਰੂ ਜੀ ਦਾ ਅਨੰਦਪੁਰ ਚੋਂ ਰਾਜ ਤਾਂ ਖਤਮ ਕਰ ਹੀ ਦਿੱਤਾ ਹੈ। ਚਾਰੇ ਸਾਹਿਬਜ਼ਾਦੇ ਮਾਰ ਦਿੱਤੇ ਗਏ ਹਨ। ਸਿੱਖ ਫੌਜ ਖਤਮ ਕਰ ਦਿੱਤੀ ਗਈ ਹੈ। ਹੁਣ ਮੁਗਲ ਫੌਜ ਗੁਰੂ ਜੀ ਪਿੱਛੇ ਨਹੀਂ ਸੀ। ਬਾਦਸ਼ਾਹ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਭ ਸਮੇਂ ਦੇ ਵਰਤਾਰੇ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਪਹਿਲਾਂ ਦਿੱਲੀ ਅਤੇ ਫਿਰ ਦੱਖਣ ਵੱਲ ਤੁਰ ਪਏ। ਸ਼ਾਇਦ ਮਕਸਦ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਦਾ ਸੀ। ਉਧਰੋਂ ਔਰੰਗਜ਼ੇਬ ਦੱਖਣ ਤੋਂ ਦਿੱਲੀ ਮੁੜ ਰਿਹਾ ਸੀ, ਪਰ ਉਹ ਰਸਤੇ ਵਿੱਚ ਹੀ ਅਹਿਮਦਨਗਰ ਵਿੱਚ 24 ਫਰਵਰੀ 1707 ਈਸਵੀ ਵਿੱਚ ਬਿਮਾਰੀ ਕਾਰਨ ਮਰ ਗਿਆ। ਗੁਰੂ ਜੀ ਨਾਲ ਮੁਲਾਕਾਤ ਨਾ ਹੋਈ। ਕੁਝ ਇਤਿਹਾਸਕਾਰ ਉਸ ਦੀ ਗੁਰੂ ਜੀ ਨਾਲ ਮੁਲਾਕਾਤ ਹੋਣੀ ਤੇ ਕੁਝ ਤਾਂ ਉਸ ਦੀ ਮਦਦ ਕਰਨ ਬਾਰੇ ਵੀ ਲਿਖਦੇ ਹਨ। ਗੱਲ ਸੱਚ ਨਹੀਂ ਜਾਪਦੀ। ਜਿਸ ਦਿੱਲੀ ਦੇ ਬਾਦਸ਼ਾਹ ਨੇ ਪਿਓ ਦਿੱਲੀ ਸੱਦ ਸ਼ਰੇ ਬਾਜ਼ਾਰ ਕਤਲ ਕਰਾਇਆ ਹੋਵੇ, ਚਾਰੋਂ ਪੁੱਤ ਮਾਰੇ ਹੋਣ, ਜਿਹਦੇ ਕਰਕੇ ਮਾਂ ਮਰੀ, ਜਾਨ ਤੋਂ ਪਿਆਰੇ ਸਿੰਘ ਮਰੇ ਅਤੇ ਉਹਨਾਂ ਨੂੰ ਘਰੋਂ ਬੇਘਰ ਕੀਤਾ ਗਿਆ, ਉਹ ਗੁਰੂ ਇਹ ਸਭ ਭੁੱਲ ਉਸਦੇ ਮਦਦਗਾਰ ਬਣੇ ਹੋਣੇ। ਇਹ ਲੂਮੜ ਅੰਗਰੇਜ਼ ਇਤਿਹਾਸਕਾਰਾਂ ਦੀ ਚਾਲ ਅਤੇ ਵਾਮਪੰਥੀ ਇਤਿਹਾਸਕਾਰਾਂ ਦੀ ਸ਼ਰਾਰਤ ਤੋਂ ਵੱਧ ਕੁਝ ਨਹੀਂ ਲੱਗਦਾ। ਝੂਠ ਹੀ ਮੰਨਣਾ ਠੀਕ ਰਹੇਗਾ। ਉਂਝ ਕਨਿੰਗਮ ਅਤੇ ਫਾਰਸਟਰ ਜਿਹੇ ਇਤਿਹਾਸਕਾਰ ਤਾਂ ਇਹ ਵੀ ਲਿਖ ਗਏ ਹਨ ਕਿ ਗੁਰੂ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਦੀ ਨੌਕਰੀ ਵੀ ਕਰ ਲਈ ਸੀ। ਬਾਅਦ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ 1707 ਈਸਵੀ ਵਿੱਚ ਦਿੱਲੀ ਦੇ ਤਖਤ ਤੇ ਬਹਿ ਗਿਆ ਸੀ। ਇਸ ਨੇ 1712 ਈਸਵੀ ਤੱਕ ਰਾਜ ਕੀਤਾ। ਅੰਗਰੇਜ਼ਾਂ ਅਤੇ ਵਾਮਪੰਥੀ ਇਤਿਹਾਸਕਾਰਾਂ ਨੇ ਸ਼ਰਾਰਤ ਨਾਲ ਮਿਥਿਹਾਸ ਲਿਖ ਹਿੰਦੁਸਤਾਨ ਅਤੇ ਇੱਥੋਂ ਦੇ ਲੋਕਾਂ ਅਤੇ ਯੋਧਿਆਂ ਨੂੰ ਹਮੇਸ਼ਾ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਚਲੋ ਮੁੜ ਵਿਸ਼ੇ ਤੇ ਆਉਂਦੇ ਹਾਂ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੱਖਣ ਵਿੱਚ ਸਨ। ਉੱਥੋਂ ਹੀ ਉਹਨਾਂ ਬੈਰਾਗੀ ਮੱਤ ਦੇ ਹਿੰਦੂ ਸਾਧੂ ਮਾਧੋ ਦਾਸ ਨੂੰ ਸਿੰਘ ਸਾਜ ਬੰਦਾ ਸਿੰਘ ਬਹਾਦਰ ਦਾ ਨਾਂ ਦੇ ਪੰਜਾਬ ਵੱਲ ਘੱਲਿਆ। ਗੁਰੂ ਜੀ ਦੇ ਦੱਖਣ ਵਿੱਚ ਹੀ ਨੰਦੇੜ ਕੋਲ ਪੇਟ ਵਿੱਚ ਛੁਰਾ ਮਾਰਿਆ ਗਿਆ। ਸਾਡੇ ਭਾਵੁਕ ਢਾਡੀਕਾਰਾਂ ਸਾਖੀਕਾਰਾਂ ਨੇ ਇੱਥੇ ਵੀ ਮਿਥਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਭਾਵਨਾ ਇਹ ਹੈ ਕਿ ਸੁੱਤੇ ਹੋਏ ਵਾਰ ਕੀਤਾ ਗਿਆ ਹੋਣਾ। ਜਾਗਦੇ ਨਾ ਹਿੰਮਤ ਹੋਣੀ ਸੀ ਕਿਸੇ ਦੀ ਅਤੇ ਨਾ ਹੀ ਗੁਰੂ ਮੂਹਰੇ ਸਫਲ ਹੋਣਾ ਸੀ। ਦਸ਼ਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਹੀ ਦੇਹ ਛੱਡੀ। ਉਹਨਾਂ ਦੇ ਉੱਚ ਜੀਵਨ, ਕੁਰਬਾਨੀਆਂ ਅਤੇ ਦੇਣ ਨੂੰ ਦਿਲੋਂ ਪ੍ਰਣਾਮ ਹੈ। ਚਲੋ ਫੇਰ ਪੰਜਾਬ ਆਉਂਦੇ ਹਾਂ। ਦਿੱਲੀ ਦੇ ਤਖਤ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਵਿੱਚ ਜੰਗ ਸ਼ੁਰੂ ਹੋ ਗਈ। ਬਹਾਦਰ ਸ਼ਾਹ ਤਖਤ ਹਾਸਲ ਕਰ ਗਿਆ ਸੀ। ਉਧਰੋਂ ਬੰਦਾ ਸਿੰਘ ਬਹਾਦਰ ਗੁਰੂ ਤੋਂ ਥਾਪਣਾ ਲੈ ਪੰਜਾਬ ਵੱਲ ਨਿਕਲ ਆਇਆ ਸੀ। ਬਰਾਗੀ ਸਾਧੂ ਤੋਂ ਸਿੰਘ ਸਜੇ ਬੰਦਾ ਸਿੰਘ ਬਹਾਦਰ ਨੇ ਮਨ ਹੀ ਮਨ ਨਿਸ਼ਚਾ ਕਰ ਲਿਆ ਸੀ ਕਿ ਉਸਨੇ ਕੀ ਕਰਨਾ ਹੈ। ਇਤਿਹਾਸ ਦੱਸਦਾ ਹੈ ਕਿ ਬੰਦਾ ਸਿੰਘ ਬਹਾਦਰ ਦਾ ਜਨਮ 1670 ਈਸਵੀ ਵਿੱਚ ਜੰਮੂ ਕਸ਼ਮੀਰ ਦੇ ਕਸਬੇ ਰਜੌਰੀ ਵਿੱਚ ਰਾਜਪੂਤ ਰਾਮ ਰੇਤ ਦੇ ਘਰ ਹੋਇਆ। ਮਾਪਿਆਂ ਇਸ ਦਾ ਨਾਂ ਲਛਮਣ ਦਾਸ ਰੱਖਿਆ ਸੀ। ਇਹਨੇ 15 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਘਰ ਛੱਡ ਦਿੱਤਾ ਸੀ। ਮਹਾਰਾਸ਼ਟਰ ਵਿੱਚ ਗੋਦਾਵਰੀ ਕੰਢੇ
ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਈ। ਉਸ ਵੇਲੇ ਉਮਰ 38 ਕੁ ਸਾਲ ਦੀ ਸੀ ਉਸਦੀ। ਬੰਦਾ ਜਦੋਂ ਦੱਖਣ ਤੋਂ ਪੰਜਾਬ ਨੂੰ ਚੱਲਿਆ ਤਾਂ ਨਾਲ ਕੇਵਲ 25 ਕੁ ਸਿੱਖ ਸਨ। ਰਸਤੇ ਵਿੱਚ ਸਿੱਖਾਂ ਨੂੰ ਨਾਲ ਲੈਂਦਾ ਗਿਆ। ਕੁਝ ਤਨਖਾਹਦਾਰ ਲੜਾਕੇ ਅਤੇ ਜੋ ਲੁੱਟ ਦੀ ਨੀਅਤ ਨਾਲ ਰਲ ਗਏ। ਬੰਦਾ ਅੱਜ ਦੇ ਹਰਿਆਣੇ ਦੇ ਨਨੌਲ ਕਸਬੇ ਲਾਗੇ ਪੁੱਜਿਆ। ਇੱਥੇ ਸ਼ਰੇਆਮ ਮੌਤ ਜਾਂ ਇਸਲਾਮ ਚੁਣਨ ਦਾ ਖੇਲ ਚੱਲ ਰਿਹਾ ਸੀ। ਛੋਟੀ ਟੁਕੜੀ ਨਾਲ ਹੀ ਪਹਿਲੀ ਮੁਠਭੇੜ ਹੋਈ ਅਤੇ ਜਿੱਤ ਪ੍ਰਾਪਤ ਹੋਈ। ਫੇਰ ਬੰਦਾ ਸੋਨੀਪਤ ਪੁੱਜਾ। ਇੱਥੇ ਵੀ ਜੰਗ ਹੋਈ ਅਤੇ ਜਿੱਤ ਪ੍ਰਾਪਤ ਹੋਈ। ਨਾਲ ਸਿਰਫ 500 ਕੁ ਦੀ ਫੌਜ ਸੀ, ਪਰ ਮਕਸਦ ਸਰਹੰਦ ਸੀ। ਜਿੱਤ ਤੋਂ ਬਾਅਦ ਪ੍ਰਾਪਤ ਹੋਏ ਮਾਲ ਨਾਲ ਫੌਜ ਵਧਾਈ ਗਈ। ਤਨਖਾਹੀ ਫੌਜ ਵੀ ਰੱਖ ਲਈ ਗਈ ਅਤੇ ਨਾਲ ਜੰਗ ਤੋਂ ਬਾਅਦ ਲੁੱਟ ਵਿੱਚ ਹਿੱਸਾ ਲੈਣ ਲਈ ਹੋਰ ਲੜਾਕੇ ਵੀ ਫੌਜ ਨਾਲ ਜੁੜ ਗਏ, ਜਿਨ੍ਹਾਂ ਨੂੰ ਲੁਟੇਰੇ ਜਾਂ ਡਾਕੂ ਵੀ ਕਿਹਾ ਜਾ ਸਕਦਾ ਹੈ। ਫਿਰ ਬੰਦਾ ਉਹਨਾਂ ਦੀ ਫੌਜ ਲੈ 1709 ਈਸਵੀ ਵਿੱਚ ਸਮਾਣੇ ਪੁੱਜਾ। ਜੰਗ ਹੋਈ। ਪਹਿਲਾ ਵੱਡਾ ਕਸਬਾ ਹੱਥ ਆਇਆ। ਇੱਥੇ ਬੰਦੇ ਨੇ ਆਪਣਾ ਰਾਜ ਘੋਸ਼ਿਤ ਕਰ ਦਿੱਤਾ। ਬੰਦੇ ਨੇ ਆਪਣਾ ਸ਼ਾਹੀ ਸਿੱਕਾ ਵੀ ਚਲਾ ਦਿੱਤਾ। ਬੜੀ ਦੇਰ ਬਾਅਦ ਰਾਜ ਵਿਦੇਸ਼ੀ ਹਮਲਾਵਰਾਂ ਦੀ ਥਾਂ ਆਪਣਿਆਂ ਦੇ ਹੱਥ ਆਇਆ ਸੀ। ਫੇਰ ਤਾਕਤ ਇਕੱਠੀ ਕਰ ਜਿਸ ਲਈ ਦੱਖਣ ਤੋਂ ਤੁਰਿਆ ਸੀ ਉਹ ਹਮਲਾ ਕੀਤਾ। ਫੇਰ ਹੋਈ ਬੈਟਲ ਆਫ ਚੱਪਨਚਿੜੀ। ਅੱਜ ਇਹ ਥਾਂ ਮੋਹਾਲੀ ਨਜ਼ਦੀਕ ਹੈ। ਜੰਗ ਹੋਈ ਅਤੇ ਜਿੱਤੀ ਗਈ। ਜੰਗ ਵਿੱਚ ਸਰਹੰਦ ਦੇ ਨਵਾਬ ਵਜ਼ੀਰ ਖਾਂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਜੰਗਾਂ ਦੀ ਅਗਵਾਈ ਕੀਤੀ ਸੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿਉਂਦਾ ਚਿਣਵਾ ਕਤਲ ਕਰਵਾਇਆ ਸੀ, ਮਾਰਿਆ ਗਿਆ। 2 ਦਿਨ ਲੱਗੇ ਸਨ ਇਸ ਜੰਗ ਨੂੰ ਜਿੱਤਣ ਲਈ। ਬਦਲਾ ਲੈ ਲਿਆ ਗਿਆ ਸੀ। ਹੁਣ ਬੰਦੇ ਕੋਲ ਇਲਾਕਾ ਸੀ ਸਤਲੁਜ ਤੋਂ ਯਮਨਾ ਤੱਕ ਦਾ। ਪੰਜਾਬ ਵਿੱਚ 1710 ਵਿੱਚ ਰਾਹੋ ਅੱਜ ਦੇ ਨਵਾਂ ਸ਼ਹਿਰ ਦੇ ਲਾਗੇ ਦੀ ਜਿੱਤ ਤੋਂ ਬਾਅਦ ਰਾਜ ਚੰਗੀ ਤਰ੍ਹਾਂ ਸ਼ੁਰੂ ਹੋ ਗਿਆ। ਬਚੇ ਖੁਚੇ ਮੁਗਲ ਫੌਜਾਂ ਨੂੰ ਸੂਬੇਦਾਰਾਂ ਨੂੰ ਹਰਾ ਬੰਦੇ ਨੇ ਖਤਮ ਕਰਨਾ ਸ਼ੁਰੂ ਕਰ ਦਿੱਤਾ। ਉਧਰ ਦਿੱਲੀ 1712 ਈਸਵੀ ਵਿੱਚ ਬਾਦਸ਼ਾਹ ਜਹਾਂਗੀਰ ਸ਼ਾਹ ਤੇ ਫੇਰ ਫਰਖਸ਼ਿਆਰ ਮੁਗਲ ਤਖਤ ਤੇ ਬੈਠਾ। ਬਾਦਸ਼ਾਹ ਫਰਖਸ਼ਿਆਰ ਨੇ 1715 ਦੇ ਸ਼ੁਰੂ ਵਿੱਚ ਮਨੀਮ ਖਾਨ ਦੀ ਅਗਵਾਈ ਵਿੱਚ ਰਾਜ ਵਾਪਸ ਲੈਣ ਲਈ ਫੌਜ ਸਰਹੰਦ ਭੇਜੀ। ਵੱਡੀ ਫੌਜ ਕਾਰਨ ਪਿੱਛੇ ਹਟਣਾ ਪਿਆ। ਲੁਟੇਰੇ ਤੇ ਤਨਖਾਹੀਏ ਭੱਜ ਹੀ ਗਏ ਸਨ। ਬੰਦਾ ਸਿੰਘ ਬਹਾਦਰ ਪਿੱਛੇ ਹਟਦਾ ਗੁਰਦਾਸਪੁਰ ਲਾਗੇ ਆ ਪੁੱਜਾ। ਪਿੰਡ ਗੁਰਦਾਸ ਨੰਗਲ ਦੇ ਕਿਲੇ ਵਿੱਚ ਮਾਰਚ 1715 ਈਸਵੀ ਵਿੱਚ ਮੁਗਲ ਫੌਜਾਂ ਦਾ ਘੇਰਾ ਪੈ ਗਿਆ। ਬਾਹਰੋਂ ਸਿੱਖਾਂ ਜਾਂ ਹੋਰਾਂ ਦੀ ਮਦਦ ਨਾ ਪੁੱਜੀ। ਰਾਸ਼ਨ ਪਾਣੀ ਮੁੱਕਣਾ ਹੀ ਸੀ। 8 ਮਹੀਨੇ ਬਾਅਦ 7 ਦਸੰਬਰ 1715 ਈਸਵੀ ਵਿੱਚ ਕਿਲੇ ਦਾ ਗੇਟ ਖੋਲ੍ਹ ਦਿੱਤਾ ਗਿਆ। 700-800 ਸਿੰਘਾਂ ਸਣੇ ਬੰਦਾ ਸਿੰਘ ਬਹਾਦਰ ਨੂੰ ਫੜ ਪਹਿਲਾਂ ਲਾਹੌਰ ਅਤੇ ਫਿਰ ਦਿੱਲੀ ਲਿਜਾਇਆ ਗਿਆ ਜਲੂਸ ਦੀ ਸ਼ਕਲ ਵਿੱਚ। ਬੰਦਾ ਸਿੰਘ ਬਹਾਦਰ ਨੂੰ ਸ਼ਾਹੀ ਪੋਸ਼ਾਕ ਪਹਿਨਾ, ਬੀੜੀਆਂ ਵਿੱਚ ਪਾ, ਪਿੰਜਰੇ ਵਿੱਚ ਡੱਕ ਜਲੀਲ ਕਰਦੇ ਸਿੰਘਾਂ ਸਣੇ ਦਿੱਲੀ ਲਿਜਾ ਕੈਦ ਕਰ ਦਿੱਤਾ ਗਿਆ। ਜਾਨ ਬਖਸ਼ੀ ਲਈ ਇਸਲਾਮ ਅਪਣਾਉਣਾ ਜਾਂ ਮੌਤ ਸੀ। ਰੋਜ਼ ਤਸੀਹੇ ਦੇ ਕੇ ਸਿੱਖ ਕੈਦੀ ਮਾਰੇ ਜਾਂਦੇ। ਅੱਖਾਂ ਮੂਹਰੇ 5 ਸਾਲ ਦੇ ਪੁੱਤਰ ਨੂੰ ਕੋਹ ਕੇ ਮਾਰਿਆ ਗਿਆ। ਬੰਦੇ ਨੂੰ ਤਸੀਹੇ ਦੇਣ ਲਈ ਪਹਿਲਾਂ ਅੱਖਾਂ ਕੱਢੀਆਂ, ਫਿਰ ਖਲ ਲਹਾਈ ਗਈ ਅਤੇ ਫਿਰ ਅੰਤ ਟੁਕੜੇ ਕਰ ਦਿੱਤੇ ਗਏ। 9 ਜੂਨ 1716 ਈਸਵੀ ਨੂੰ ਮੌਤ ਹੋਈ ਸੀ। ਦਸ਼ਮੇਸ਼ ਪਿਤਾ ਦੇ ਸਿੱਖ ਬੰਦਾ ਸਿੰਘ ਬਹਾਦਰ ਨੇ ਵੀ ਜਾਨ ਦੇ ਦਿੱਤੀ, ਪਰ ਧਰਮ ਨਾ ਛੱਡਿਆ। ਅੱਗੇ ਇਤਿਹਾਸ ਦੀ ਗੱਲ ਕਰਾਂਗੇ ਬਾਕੀ ਅਗਲੇ ਭਾਗ ਵਿੱਚ।